ਕੁਝ ਸਾਲ ਪਹਿਲਾਂ ਜਦੋਂ ਅਕਾਲੀ ਦਲ ਦੀ ਸਰਕਾਰ ਸੀ, ਮੋਗੇ ਦੇ ਵਿੱਚ ਔਰਬਿਟ ਦੀ ਬੱਸ, ਇਸੇ ਬਾਦਲ ਪਰਿਵਾਰ ਦੀ ਬੱਸ, ਉਹਦੇ ਚੋਂ ਕੰਡਕਟਰ ਨੇ ਧੱਕਾ ਮਾਰ ਕੇ ਲੜਕੀ ਨੂੰ ਥੱਲੇ ਸੁੱਟਤਾ। ਉਹ ਲੜਕੀ ਦੀ ਮੌਤ ਹੋ ਗਈ ਸੀ। ਇਹੋ ਜਿਹੇ ਸੈਂਕੜੇ ਕੇਸ ਇਹਨਾਂ ਦੇ ਡਰਾਈਵਰਾਂ ਕੰਡਕਟਰਾਂ ਨੇ ਲੋਕਾਂ ਨਾਲ ਧੱਕੇਸ਼ਾਹੀਆਂ ਕੀਤੀਆਂ, ਧੱਕੇ ਮਾਰੇ, ਕਈ ਇਹੋ ਜਿਹੇ ਕਤਲ ਕੀਤੇ ਇਹਨਾਂ ਨੇ। ਲੋਕਾਂ ਨੂੰ ਇਹ ਵੀ ਪਤਾ ਕਿ ਜੋ ਕੁਝ ਇਹਨਾਂ ਦੋਵਾਂ ਰਵਾਇਤੀ ਪਾਰਟੀਆਂ ਨੇ ਰਲ ਮਿਲ ਕੇ ਕੀਤਾ, ਪੰਜਾਬ ਨੂੰ ਲੁੱਟਣ ਤੇ ਕੁੱਟਣ ਦਾ ਕੰਮ, ਉਹ ਸਾਰਾ ਕੁਝ ਲੋਕਾਂ ਦੇ ਸਾਹਮਣੇ ਆ। ਲੋਕ ਇਜ਼ਹਾਰ ਕਰਦੇ ਆ ਖੁਸ਼ੀ ਦਾ ਕਿ ਵਾਕਈ ਚੰਗੀ ਸਰਕਾਰ ਬਣੀ ਜੇ ਅਸੀਂ ਵੋਟ ਪਾਈ ਆ ਤੇ ਚੰਗੇ ਬੰਦਿਆਂ ਨੂੰ ਚੁਣਿਆ। ਤੇ ਜਿੰਨੇ ਵੀ ਸਾਡੇ ਭਰਾ, ਭਾਵੇਂ ਕੋਈ ਕੰਟਰੈਕਟ ਬੇਸ ਤੇ ਆ, ਕੋਈ ਵੀ ਆ, ਜਿਹਦਾ ਜੋ ਵੀ ਹੱਕ ਬਣਦਾ, ਜਿਹੜਾ ਉਹ ਕੈਟਾਗਰੀ ਦੇ ਵਿੱਚ ਆਉਂਦਾ, ਸਰਕਾਰ ਦੇ ਮਾਪਦੰਡਾਂ ਅਨੁਸਾਰ ਪੂਰਾ ਖਰਾ ਉਤਰਦਾ, ਉਹਨਾਂ ਨੂੰ ਰੈਗੂਲਰ ਕੀਤਾ ਜਾਵੇਗਾ। ਜਿਹੜੀ ਚੀਜ਼ 'ਚ ਸਰਕਾਰ ਦਾ ਫਾਇਦਾ ਹੁੰਦਾ, ਉੱਥੇ ਹੀ ਕਿਲੋਮੀਟਰ ਸਕੀਮ ਅਧੀਨ ਅਸੀਂ ਬੱਸ ਦਿੰਦੇ ਆ। ਜਿੱਥੇ ਸਾਨੂੰ ਲੱਗਦਾ ਕਿ ਸਾਨੂੰ ਜ਼ਿਆਦਾ ਮੁਨਾਫਾ ਹੋਣਾ, ਆਪਣੀ ਬੱਸ ਪਾਇਆ, ਫਿਰ ਉੱਥੇ ਅਸੀਂ ਆਪਣੀ ਬਿਲਕੁਲ ਪੰਜਾਬ ਸਰਕਾਰ ਦੀ ਬੱਸ ਪਾਉਂਦੇ ਆ। ਪੰਜਾਬ ਤੋਂ ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਦੇ ਲਈ ਸਰਕਾਰੀ ਵੋਲਵੋ ਬੱਸਿਸ ਦੀ ਸ਼ੁਰੂਆਤ ਕੀਤੀ ਹੈ, ਜਿਹੜੇ ਵਾਜਬ ਪੈਸਿਆਂ ਦੇ ਵਿੱਚ ਘੱਟ ਫੇਅਰ ਲੈ ਕੇ, ਘੱਟ ਕਿਰਾਇਆ ਲੈ ਕੇ ਸੁਰੱਖਿਅਤ ਤਰੀਕੇ ਨਾਲ ਸਾਡੇ ਜਿਹੜੇ NRI ਵੀਰ ਨੇ, NRI ਭਰਾ ਨੇ, NRI ਭੈਣਾਂ ਨੇ, ਉਹਨਾਂ ਨੂੰ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਦਿੱਲੀ ਤੱਕ ਔਰ ਦਿੱਲੀ ਤੋਂ ਪੰਜਾਬ ਲੈ ਕੇ ਆਉਣ ਦੀ ਸਰਵਿਸ ਜਿਹੜੀ ਆ, ਸੁਵਿਧਾ ਸ਼ੁਰੂ ਕੀਤੀ ਹੈ। ਸਾਡੇ ਨਾਲ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਜੀ ਨੇ। ਭੁੱਲਰ ਸਾਹਿਬ, ਸਵਾਗਤ ਹੈ ਜੀ ਔਨ 에ਅਰ ਤੇ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਔਨ 에ਅਰ ਦਾ, ਬਹੁਤ-ਬਹੁਤ ਧੰਨਵਾਦ ਜੀ। ਭੁੱਲਰ ਸਾਹਿਬ, ਪਹਿਲਾ ਪ੍ਰਤੀਕਰਮ ਕੀ ਜਦੋਂ ਤੁਸੀਂ ਜਦੋਂ ਇਹਦਾ ਖਾਕਾ ਘੜ ਰਹੇ ਸੀ ਆਪਾਂ ਕਿ ਇਹ ਨੀਤੀ ਸ਼ੁਰੂ ਕੀਤੀ ਜਾਵੇ, ਕਿਉਂਕਿ ਪੰਜਾਬ ਦੇ ਵਿੱਚ ਟਰਾਂਸਪੋਰਟ ਮਾਫੀਏ ਦਾ ਬਹੁਤ ਵੱਡਾ ਹੱਥ ਹੈ। ਬੇਸ਼ੱਕ ਚਲੋ ਤੁਸੀਂ ਥੋੜੀ ਬਹੁਤ ਠੱਲ ਵੀ ਪਾਈ ਹੈ, ਪਰ ਉਹਦੇ ਉੱਤੇ ਵਿਸਥਾਰਤ ਚਰਚਾ ਬਾਅਦ 'ਚ ਕਰਦੇ ਹਾਂ। ਪਹਿਲਾ ਪ੍ਰਤੀਕਰਮ ਕੀ ਸੀ ਔਰ ਪਹਿਲਾ ਖਾਕਾ ਕਿਵੇਂ ਤਿਆਰ ਹੋਇਆ ਇਸ ਦਾ? ਵੇਖੋ, ਅੱਜ ਤੋਂ ਲਗਭਗ 1 ਮਹੀਨਾ ਪਹਿਲਾਂ ਸ਼੍ਰੀ ਅਰਵਿੰਦ ਕੇਜਰੀਵਾਲ, ਨੈਸ਼ਨਲ ਕਨਵੀਨਰ ਆਮ ਆਦਮੀ ਪਾਰਟੀ, ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ, ਜਿਨ੍ਹਾਂ ਨੇ ਜਲੰਧਰ ਬੱਸ ਸਟੈਂਡ ਤੋਂ ਸਾਡੀਆਂ ਵੋਲਵੋ ਬੱਸਾਂ ਨੂੰ ਝੰਡੀ ਦੇ ਕੇ ਦਿੱਲੀ 에ਅਰਪੋਰਟ ਨੂੰ ਤੋਰਿਆ ਸੀ। 1 ਮਹੀਨੇ ਦੇ ਵਿੱਚ ਹੀ 18,500 ਦੇ ਕਰੀਬ ਯਾਤਰੀ ਦਿੱਲੀ 에ਅਰਪੋਰਟ ਤੋਂ ਪੰਜਾਬ ਤੇ ਪੰਜਾਬ ਤੋਂ ਦਿੱਲੀ 에ਅਰਪੋਰਟ ਸਫ਼ਰ ਕਰ ਚੁੱਕੇ ਆ। 2.25 ਕਰੋੜ ਰੁਪਏ ਦੇ ਲਗਭਗ ਰੈਵਨਿਊ ਆ ਗਿਆ ਕੱਲੀ ਵੋਲਵੋ ਬੱਸ ਤੋਂ। ਤੇ ਇਹ ਜਿਹੜੀ ਇੱਕੋ ਪਰਿਵਾਰ ਲੁੱਟ ਕਰਦਾ ਸੀ, 4 ਤੋਂ 4,500 3,000 ਟਿਕਟਾਂ ਦੇ ਅਲੱਗ-ਅਲੱਗ ਰੇਟ ਲਾਏ ਜਾਂਦੇ ਸਨ। ਇੱਕੋ ਪਰਿਵਾਰ ਦੀਆਂ ਬੱਸਾਂ ਪੰਜਾਬ ਤੋਂ ਦਿੱਲੀ 에ਅਰਪੋਰਟ ਨੂੰ ਚੱਲਦੀਆਂ ਸਨ ਤੇ ਲੁੱਟ ਹੁੰਦੀ ਸੀ। ਅੱਜ ਮੇਰੇ ਭੈਣਾਂ ਭਰਾ ਇਹਨਾਂ ਦੇ ਵਿਊ ਵੀ ਲਏ ਆ, ਇਹ ਖੁਸ਼ ਨੇ ਕਿ ਜਿਹੜਾ ਕਿਰਾਇਆ ਅੱਗੇ 4 ਤੋਂ 5,000 ਦੇ ਕੇ ਅਸੀਂ ਜਾਂਦੇ ਸਾਂ ਦਿੱਲੀ 에ਅਰਪੋਰਟ ਤੇ, ਅੱਜ ਅਸੀਂ 1,000 ਤੋਂ 1,200 1,250 ਦੇ ਵਿੱਚ ਦਿੱਲੀ 에ਅਰਪੋਰਟ ਪਹੁੰਚਦੇ ਹਾਂ ਤੇ ਬੱਸਾਂ ਦੇ ਵਿੱਚ ਸਹੂਲਤ ਵੀ ਵਧਿਆ ਤੇ ਖੁਸ਼ ਹੋ ਰਹੇ ਨੇ। ਉਹ ਜਿਵੇਂ ਕਹਿੰਦੇ ਨਾਲੇ ਪੁੰਨ ਨਾਲੇ ਫਲੀਆਂ, ਆਪਣੀ ਬੱਸ ਤੇ ਫਿਰ ਜਿਹੜੇ ਪੈਸੇ ਦੇਣੇ ਉਹ ਫਿਰ ਆਪਣੇ ਤੇ ਲੱਗਣੇ ਗਰੰਟੀ ਦੇ ਰੂਪ ਦੇ ਵਿੱਚ। ਇਹ ਸਾਡੇ ਪੰਜਾਬ ਦੇ ਖਜ਼ਾਨੇ ਜਾਣੇ ਤੇ ਫਿਰ ਪੰਜਾਬ ਦੀਆਂ ਗਲੀਆਂ ਤੇ ਨਾਲੀਆਂ ਤੇ ਜਾਂ ਸਕੂਲਾਂ ਹਸਪਤਾਲਾਂ ਤੇ ਪੰਜਾਬ ਦੇ ਵਿਕਾਸ ਕਾਰਜਾਂ ਤੇ ਲੱਗਣੇ ਆ। ਤੇ ਬੜੇ ਖੁਸ਼ ਨੇ ਸਾਡੇ ਭੈਣਾਂ ਭਰਾ। ਤੇ ਅੱਜ ਮੇਰਾ ਮਕਸਦ ਜਿਹੜਾ, ਮੈਂ ਜਲੰਧਰ ਤੋਂ, ਮੈਂ ਖੁਦ ਟਿਕਟ ਕੱਲ ਬੁੱਕ ਕੀਤੀ ਤੇ ਮੈਂ ਆਪਣੇ ਭੈਣਾਂ ਭਰਾਵਾਂ ਨੂੰ ਵੀ ਬੇਨਤੀ ਕਰਦਾ, NRI ਭੈਣਾਂ ਭਰਾਵਾਂ ਨੂੰ, ਪੰਜਾਬੀਆਂ ਨੂੰ, ਕਿ ਜਿਨ੍ਹਾਂ 에ਅਰਪੋਰਟ ਤੇ ਜਾਣਾ ਉਹਨਾਂ ਤੇ ਇਸ ਬੱਸ ਸਫ਼ਰ ਦਾ ਲਾਹਾ ਲੈਣਾ ਹੀ ਲੈਣਾ। ਜਿਹੜੇ ਦੂਜੇ ਵੀ ਸਾਡੇ ਭੈਣ ਭਰਾ ਕਿਸੇ ਦਾ ਪਰਸਨਲ ਰਿਸ਼ਤੇਦਾਰੀ 'ਚ ਜਾਣਾ, ਉਹ ਵੀ ਸਾਡੀ ਵੋਲਵੋ ਬੱਸ ਤੇ ਸਫ਼ਰ ਕਰੇ। ਬਹੁਤ ਹੀ ਵਧੀਆ ਤੇ ਸਸਤਾ ਸਫ਼ਰ ਆ। ਤੇ ਸਾਡੀ ਇੱਕ ਹੁੰਦਾ ਵਾ ਵੀ ਆਪਾਂ ਨੂੰ ਔਖਾਂ ਦਾ ਬੁਕਿੰਗ ਦੇ ਵਿੱਚ ਸਾਨੂੰ ਕਿਤੇ ਜਾਣ ਦੀ ਲੋੜ ਨਹੀਂ, ਘਰ ਬੈਠੇ ਅਸੀਂ ਆਪਣੇ ਫੋਨ ਤੇ, ਲੈਪਟਾਪ ਤੇ ਆਨਲਾਈਨ ਬੁਕਿੰਗ ਕਰ ਸਕਦੇ ਹਾਂ। ਸਾਡੀ ਐਪ ਆ panbusonline.com, PRTC online.com ਸਾਡੀ ਐਪ ਆ, ਉਹਦੇ ਉੱਤੇ ਤੁਸੀਂ ਬੁਕਿੰਗ ਕਰ ਸਕਦੇ ਜੀ। ਜੇ ਕਿਸੇ ਭੈਣ ਭਰਾ ਨੇ ਕੋਈ ਸੁਝਾਅ ਦੇਣਾ, ਕੋਈ ਮੁਸ਼ਕਲ ਆ, ਕੋਈ ਜਾਂ ਆਪਾਂ ਬਦਲਾਅ ਲਿਆਉਣਾ ਚਾਹੁੰਦੇ ਆ, ਉਹਦੇ ਬਾਰੇ ਵੀ ਤੁਸੀਂ ਦੱਸ ਸਕਦੇ ਜੇ। ਮੈਂ ਖੁਦ ਵਿਊ ਕਰਦਾ, ਜਿਹੜੇ ਸੁਝਾਅ ਆਉਂਦੇ ਆ ਮੈਂ ਖੁਦ ਵਿਊ ਕਰਦਾ ਤੇ ਉਹ ਵੇਖ ਕੇ ਉਹਦਾ ਸੁਧਾਰ ਵੀ ਕਰੀਦਾ। ਜਿਹੜੇ ਸਹੀ ਸੁਝਾਅ ਨੇ ਉਹਨਾਂ ਦੇ ਵਿੱਚ ਅਮਲ 'ਚ ਲਿਆਈਦੇ ਆ ਉਹ ਸੁਝਾਅ। ਥੋੜ੍ਹੇ ਦਿਨ ਹੋਏ ਆ, ਕਿਸੇ ਸਾਡੇ ਭਰਾ ਨੇ ਕਮੈਂਟ ਕੀਤਾ ਸੀ, ਸੁਝਾਅ ਦਿੱਤਾ ਸੀ ਕਿ ਮੈਂ ਬੁਕਿੰਗ ਕਰਾਈ ਟਿਕਟ ਦੀ, ਮੇਰੇ ਪੈਸੇ ਕੱਟੇ ਗਏ ਪਰ ਟਿਕਟ ਬੁੱਕ ਨਹੀਂ ਹੋਈ। ਉਸੇ ਵੇਲੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਕਿ ਇਹਨੂੰ ਬਿਲਕੁਲ ਸਹੀ ਕਰੋ। ਉਸੇ ਵੇਲੇ ਸਿਸਟਮ ਨੂੰ ਠੀਕ ਕੀਤਾ ਗਿਆ, ਨਾਲ ਹੀ ਉਸ ਵੀਰ ਦੇ ਜੋ ਪੈਸੇ ਬਣਦੇ ਸਨ ਉਹਨੂੰ ਵਾਪਸ ਕੀਤੇ ਗਏ। ਤੇ ਇਸੇ ਤਰ੍ਹਾਂ ਹੀ ਬਿਲਕੁਲ ਪਾਰਦਰਸ਼ੀ ਢੰਗ ਨਾਲ ਕੰਮ ਕੀਤਾ ਜਾਏਗਾ। ਤੁਸੀਂ ਵੇਖਿਆ ਹੋਣਾ, ਕੁਝ ਸਾਲ ਪਹਿਲਾਂ ਜਦੋਂ ਅਕਾਲੀ ਦਲ ਦੀ ਸਰਕਾਰ ਸੀ, ਮੋਗੇ ਦੇ ਵਿੱਚ ਔਰਬਿਟ ਦੀ ਬੱਸ, ਇਸੇ ਬਾਦਲ ਪਰਿਵਾਰ ਦੀ ਬੱਸ, ਉਹਦੇ ਚੋਂ ਕੰਡਕਟਰ ਨੇ ਧੱਕਾ ਮਾਰ ਕੇ ਲੜਕੀ ਨੂੰ ਥੱਲੇ ਸੁੱਟਤਾ। ਉਹ ਲੜਕੀ ਦੀ ਮੌਤ ਹੋ ਗਈ ਸੀ
ਤੇ ਇਹ ਕੋਈ ਇਹ ਨਹੀਂ ਕਿ ਉਹ ਅਚਨਚੇਤ ਡੇਪੀ ਜਾਣ ਬੁੱਝ ਕੇ ਇਹਨਾਂ ਨੂੰ ਇਸ ਤਰ੍ਹਾਂ ਕੀਤਾ ਜਾਂਦਾ। ਉਹ ਕੇਸ ਤੇ ਸਾਹਮਣੇ ਆ ਗਿਆ। ਇਹੋ ਜਿਹੇ ਸੈਂਕੜੇ ਕੇਸ ਇਹਨਾਂ ਦੇ ਡਰਾਈਵਰਾਂ ਕੰਡਕਟਰਾਂ ਨੇ ਲੋਕਾਂ ਨਾਲ ਧੱਕੇਸ਼ਾਹੀਆਂ ਕੀਤੀਆਂ, ਧੱਕੇ ਮਾਰੇ, ਕਈ ਇਹੋ ਜਿਹੇ ਕਤਲ ਕੀਤੇ ਇਹਨਾਂ ਨੇ, ਬਿਲਕੁਲ ਇਹ ਬਦਮਾਸ਼ੀਆਂ ਕਰਦੇ ਦੇ ਕੇ ਮਾਰਿਆ। ਤੇ ਇਹ ਨਹੀਂ ਕਿ ਪੰਜਾਬ ਦੇ ਲੋਕ ਭੁੱਲ ਗਏ, ਬੜੇ ਸਿਆਣੇ ਹੋ ਚੁੱਕੇ ਆ ਲੋਕ। ਤੇ ਲੋਕਾਂ ਨੂੰ ਇਹ ਵੀ ਪਤਾ ਕਿ ਜੋ ਕੁਝ ਇਹਨਾਂ ਦੋਵਾਂ ਰਵਾਇਤੀ ਪਾਰਟੀਆਂ ਨੇ ਰਲ ਮਿਲ ਕੇ ਕੀਤਾ ਪੰਜਾਬ ਨੂੰ ਲੁੱਟਣ ਤੇ ਕੁੱਟਣ ਦਾ ਕੰਮ, ਉਹ ਸਾਰਾ ਕੋਈ ਲੋਕਾਂ ਦੇ ਸਾਹਮਣੇ ਆ, ਸ਼ੀਸ਼ੇ ਵਾਂਗੂ ਸਾਫ਼ ਹੋ ਚੁੱਕਾ। ਤੇ 3 ਮਹੀਨੇ 3.5 ਮਹੀਨੇ ਦੇ ਲਗਭਗ ਸਰਕਾਰ ਬਣੀ ਨੂੰ ਹੋ ਗਿਆ। ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਜਿੰਨੇ ਫੈਸਲੇ ਲਏ ਆ, ਇਤਿਹਾਸਕ ਲਏ ਆ, ਲੋਕ ਖੁਸ਼ ਵੀ ਨੇ। ਲੋਕ ਇਜ਼ਹਾਰ ਕਰਦੇ ਆ ਖੁਸ਼ੀ ਦਾ ਕਿ ਵਾਕਈ ਚੰਗੀ ਸਰਕਾਰ ਬਣੀ ਜੇ ਅਸੀਂ ਵੋਟ ਪਾਈ ਆ ਤੇ ਚੰਗੇ ਬੰਦਿਆਂ ਨੂੰ ਚੁਣਿਆ। ਭੁੱਲਰ ਸਾਹਿਬ, ਇੱਕ ਬਹੁਤ ਅਹਿਮ ਮਸਲਾ ਹੈ ਵੋਲਵੋ ਬੱਸਾਂ ਦਾ। ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਦੇ ਉੱਤੇ ਜਾਂਦੀਆਂ ਤਾਂ ਹੈਨਗੀਆਂ ਬੱਸਾਂ, ਪਰ ਉਧਰੋਂ ਟਰਮੀਨਲ ਦੇ ਉੱਤੋਂ ਸਰਕਾਰੀ ਬੱਸਾਂ, ਚਾਹੇ ਉਹ ਪੈਪਸੋ ਦੀ ਗੱਡੀ ਹੈ, ਚਾਹੇ ਉਹ ਪਨ ਬੱਸ ਦੀ ਗੱਡੀ ਹੈ, ਚਾਹੇ ਪੰਜਾਬ ਰੋਡਵੇਜ਼ ਦੀ ਵੋਲਵੋ ਗੱਡੀ ਹੈ, ਉਧਰੋਂ ਟਰਮੀਨਲ ਤੋਂ ਸਾਡੀ ਗੱਡੀ ਆਉਂਦੀ ਨਹੀਂ ਹੈ। ਹਾਲਾਂਕਿ ਬਾਦਲ ਕਹਿੰਦੇ ਦੀਆਂ ਗੱਡੀਆਂ ਇੰਡੋ ਕੈਨੇਡੀਅਨ ਹੋਵੇ, ਆਰਬਿਟ ਹੋਵੇ, ਜੁਝਾਰ ਹੋਵੇ, ਰਾਜਧਾਨੀ ਹੋਵੇ, ਜਿਹੜੀਆਂ ਵੀ ਉਹਨਾਂ ਦੀਆਂ ਰਜਿਸਟਰਡ ਗੱਡੀਆਂ ਨੇ, ਉਹ ਗੱਡੀਆਂ ਟਰਮੀਨਲ ਦੇ ਅੱਗੇ ਖੜੀਆਂ ਹੁੰਦੀਆਂ ਨੇ। NRI ਉਤਰਦਾ ਨਾਲ ਦੀ ਨਾਲ ਪ੍ਰਾਈਵੇਟ ਗੱਡੀ ਦੇ ਵਿੱਚ ਚੜ ਜਾਂਦਾ ਜਾਂ ਉਹਨਾਂ ਦੀਆਂ ਗੱਡੀਆਂ ਚੜ ਜਾਂਦਾ। ਸਾਡੀ ਗੱਡੀ ਦੂਰ ਖੜਦੀ ਹੈ, ਇਸ ਕਰਕੇ ਸਾਡੀ ਗੱਡੀ ਦੀ ਸਵਾਰੀ ਆਉਣ ਵੇਲੇ ਘਟਦੀ ਹੈ। ਇਸ ਮਸਲੇ ਦਾ ਹੱਲ ਕਿਵੇਂ ਹੋਊਗਾ? ਇਹ ਪਹਿਲਾਂ ਵੀ ਬਹੁਤ ਵਾਰ ਮਸਲਾ ਉੱਠਿਆ। ਬਿਲਕੁਲ, ਜਿਹੜੀ ਤੁਸੀਂ ਗੱਲ ਕੀਤੀ ਆ ਉਹ ਇਹ ਮੇਰੇ ਭੈਣਾਂ ਭਰਾਵਾਂ ਨੇ ਅੱਗੇ ਵੀ ਦੱਸੀ ਆ। ਜਿਹੜੀ ਆਪਾਂ ਬੱਸ ਆ ਉਹ ਉੱਥੇ ਟਰਮੀਨਲ 3 ਤੇ ਜਾ ਕੇ ਰੁਕਦੀ ਆ, ਉੱਥੋਂ ਹੀ ਸਵਾਰੀਆਂ 에ਅਰਪੋਰਟ 'ਚ ਐਂਟਰ ਕਰਦੀਆਂ। ਤੇ ਜਦੋਂ ਆਉਣ ਵੇਲੇ ਉੱਥੇ ਬੱਸ ਆਪਾਂ ਰੋਕ ਨਹੀਂ ਸਕਦੇ, ਬਿਲਕੁਲ ਟਰਮੀਨਲ 3 ਦੇ ਅੱਗੇ ਨਹੀਂ ਰੋਕ ਸਕਦੇ, ਥੋੜੀ ਦੂਰੀ ਤੇ, ਜ਼ਿਆਦਾ ਨਹੀਂ ਦੂਰ, ਬਿਲਕੁਲ ਲਾਗੇ ਹੀ, ਇਹ 2-3 ਮਿੰਟ ਦਾ ਹੀ ਰਸਤਾ ਹੁੰਦਾ, ਬਿਲਕੁਲ ਲਾਗੇ ਹੀ ਖੜੀਆਂ ਹੁੰਦੀਆਂ ਬੱਸਾਂ। ਜੇ ਆਪਾਂ ਉੱਥੇ ਬੱਸਾਂ ਖੜੀਆਂ ਕਰਦੀਆਂ ਤੇ ਫਿਰ ਜਦੋਂ ਸਵਾਰੀਆਂ ਦੀਆਂ ਗੱਡੀਆਂ ਜਾਂ ਬੱਸਾਂ ਆਉਂਦੀਆਂ ਉਹਨਾਂ ਨੂੰ ਰਸਤੇ ਤੋਂ ਪਾਰਕਿੰਗ ਕਰਨ ਤੇ ਦਿੱਕਤ ਆਉਂਦੀ ਆ। ਉਹਦੇ ਕਾਰਨ ਥੋੜੀ ਜੀ ਦੂਰੀ ਤੇ ਖੜੀਆਂ ਹੁੰਦੀਆਂ। ਕੋਈ ਉਹਨਾਂ ਦੀਆਂ ਕਿਵੇਂ ਖੜ ਜਾਂਦੀਆਂ ਸਰ? ਉਹਨਾਂ ਦੀਆਂ ਖੜਦੀਆਂ ਜੀ, ਬਿਲਕੁਲ ਖੜਦੀਆਂ ਜੀ। ਉਹਨਾਂ ਦੀਆਂ ਵੀ ਉੱਥੇ ਹੀ ਖੜਦੀਆਂ ਜਿੱਥੇ ਆਪਣੀਆਂ ਬੱਸਾਂ ਖੜਦੀਆਂ, ਬਿਲਕੁਲ ਕੋਲ ਹੀ ਖੜਦੀਆਂ, ਕੋਈ ਇਹੋ ਜਿਹੀ ਪਰੇਸ਼ਾਨੀ ਨਹੀਂ। ਤੇ ਜਿਹੜੀ ਆਪਣੀ ਬੱਸ ਆ, ਪਹਿਲਾਂ ਜਦੋਂ ਇਹ ਨਹੀਂ ਸਨ 에ਅਰਪੋਰਟ ਤੇ ਜਾਂਦੀਆਂ, ਜਿਹੜਾ ਇੰਟਰਨੈਸ਼ਨਲ ਆਪਣਾ ਬੱਸ ਸਟੈਂਡ ਆ ਉਹਦੇ ਤੋਂ ਦਿੱਲੀ 에ਅਰਪੋਰਟ ਨੂੰ ਜਿਹੜੇ ਪਰਮਿਟ ਸਨ ਉਹ ਨਹੀਂ ਸਨ ਹੈਗੇ। ਅੱਜ ਸਾਡੇ ਕੋਲ ਪਰਮਿਟ ਨੇ ਤੇ ਬਿਲਕੁਲ ਟਰਮੀਨਲ 3 ਦੇ ਉੱਤੇ ਜਾ ਕੇ ਸਾਡੀਆਂ ਬੱਸਾਂ ਰੁਕਦੀਆਂ, ਉੱਥੇ ਹੀ ਸਵਾਰੀ ਨੂੰ ਉਤਾਰਿਆ ਜਾਂਦਾ ਤੇ ਉੱਥੋਂ ਹੀ ਸਵਾਰੀ ਚੁੱਕੀ ਜਾਂਦੀ ਆ। ਭੁੱਲਰ ਸਾਹਿਬ, ਇੱਕ ਨਾ ਤੁਸੀਂ ਦੇਖੋ ਬੱਸਾਂ ਦੇ ਵਿੱਚ ਸਫ਼ਰ ਕੀਤੇ, ਤੁਸੀਂ ਆਮ ਘਰਾਂ ਦੇ ਵਿੱਚੋਂ ਉੱਠ ਕੇ ਆਏ ਹੋ, ਤੁਹਾਨੂੰ ਵੀ ਪਤਾ ਕਿ ਜਿਹੜੀਆਂ ਆਪਣੀਆਂ ਸਰਕਾਰੀ ਗੱਡੀਆਂ ਚੱਲਦੀਆਂ ਦਿੱਲੀ ਤੋਂ ਪੰਜਾਬ ਦੇ ਲਈ, ਪੰਜਾਬ ਤੋਂ ਦਿੱਲੀ ਦੇ ਲਈ, ਇਹ ਗੱਡੀਆਂ ਵੋਲਵੋ ਦੀ ਗੱਲ ਨਹੀਂ ਕਰ ਰਹੇ, ਨਾਰਮਲ ਗੱਡੀਆਂ ਦੀ ਗੱਲ ਕਰ ਰਹੇ ਹਾਂ। ਇਹ ਗੱਡੀਆਂ ਜਿਹੜੇ ਢਾਬਿਆਂ ਦੇ ਉੱਤੇ ਰੁਕਦੀਆਂ ਨੇ, ਉਹ ਢਾਬਿਆਂ ਦੇ ਰੇਟ ਇੰਨੇ ਕੁ ਜ਼ਿਆਦਾ ਹੁੰਦੇ ਨੇ ਕਿ ਬੰਦੇ ਦਾ ਤਰਾਹ ਨਿਕਲ ਜਾਂਦਾ। ਚਾਹ ਦਾ ਕੱਪ 20 ਤੋਂ 25 ਰੁਪਏ ਦਾ ਦਿੰਦੇ ਆ ਜੀ, ਉਹ ਪਾਣੀ ਦੀ ਬੋਤਲ 35 ਤੋਂ 40 ਰੁਪਏ ਦੀ ਦਿੰਦੇ ਆ। ਮਤਲਬ ਬਹੁਤ ਮਹਿੰਗਾ। ਇੱਕ ਬ੍ਰੈਡ ਜਿਹੜਾ ਆਮ 10-12-15 ਰੁਪਏ ਦਾ ਮਿਲ ਜਾਂਦਾ, ਉੱਥੇ 35-40 ਰੁਪਏ ਦਾ ਦਿੰਦੇ ਆ। ਮੈਂ ਢਾਬਿਆਂ ਦੇ ਨਾਮ ਮੈਂਸ਼ਨ ਨਹੀਂ ਕਰੂੰਗਾ। ਕੀ ਅਸੀਂ ਕੋਈ ਇਦਾਂ ਦਾ ਸਿਸਟਮ ਨਹੀਂ ਸ਼ੁਰੂ ਕਰ ਸਕਦੇ ਕਿ ਜਿਹੜੀਆਂ ਸਾਡੀਆਂ ਸਰਕਾਰੀ ਬੱਸਾਂ, ਚਾਹੇ ਪੈਪਸੂ ਹੈ, ਪਨ ਬੱਸ ਹੈ, ਪੰਜਾਬ ਰੋਡਵੇਜ਼ ਹੈ, ਜਾਂ ਸਾਡੀਆਂ ਕਿਲੋਮੀਟਰ ਗੱਡੀਆਂ ਜਿਹੜੀਆਂ ਵੀ ਜਾਂਦੀਆਂ ਨੇ, ਕਿ ਉਹ ਗੱਡੀਆਂ ਪੰਜਾਬ ਸਰਕਾਰ ਦੇ ਰਜਿਸਟਰਡ ਢਾਬੇ ਹੋਣ, ਜਾਂ ਜਿਹੜੇ ਢਾਬੇ ਜਿਵੇਂ ਹੁਣ ਇਹ ਰੁਕਦੀਆਂ ਨੇ, ਜਿੱਦਾਂ ਆਪਾਂ ਪਿੱਛੇ ਰੋਕੇ ਆਏ ਜਾਂ ਅੱਗੇ ਰੋਕਾਂਗੇ, ਇਹ ਵਾਜਬ ਰੇਟ ਦੇ ਉੱਤੇ ਹੁੰਦੇ ਨੇ ਔਰ ਚੰਗਾ ਫੂਡ ਹੁੰਦਾ। ਉੱਥੇ ਲੁੱਟ ਹੁੰਦੀ ਹੈ ਉਹਨਾਂ ਢਾਬਿਆਂ ਦੇ ਉੱਤੇ ਜਿਹੜੀਆਂ ਆਮ ਬੱਸਾਂ ਜਾਂਦੀਆਂ ਨੇ। ਕੀ ਸਾਡਾ ਟਰਾਂਸਪੋਰਟ ਮਹਿਕਮਾ ਜਾਂ ਸਾਡੀ ਪੰਜਾਬ ਸਰਕਾਰ ਇਦਾਂ ਦੇ ਢਾਬੇ ਮੈਂਸ਼ਨ ਨਹੀਂ ਕਰ ਸਕਦੀ ਕਿ ਭਾਈ ਵਾਜਬ ਰੇਟ ਦੇ ਉੱਤੇ ਢਾਬੇ ਹੁਣ, ਚੰਗਾ ਫੂਡ ਹੋਵੇ ਤੇ ਲੋਕਾਂ ਦੀ ਲੁੱਟ ਨਾ ਹੋਵੇ ਜੀ? ਹਰੇਕ ਬੱਸ ਦੇ ਵਿੱਚ ਨੈਵੀਗੇਸ਼ਨ ਸਿਸਟਮ ਆ ਜਿਹੜੀ ਆਉਣ ਵਾਲੀ 1 ਤਰੀਕ ਉੱਤੋਂ ਆਪਾਂ ਲਾ ਰਹੇ ਹਾਂ, 1 ਅਗਸਤ ਤੋਂ 1 ਤਰੀਕ ਤੋਂ ਲੱਗ ਰਿਹਾ। ਤੇ ਜਿਹੜੇ ਰਜਿਸਟਰਡ ਢਾਬੇ ਹੋਣਗੇ ਮਨਜ਼ੂਰਸ਼ੁਦਾ, ਉਹਨਾਂ ਤੇ ਹੀ ਬੱਸਾਂ ਰੋਕੀਆਂ ਜਾਣਗੀਆਂ, ਦੂਜੇ ਢਾਬੇ ਤੇ ਬਿਲਕੁਲ ਨਹੀਂ ਰੁਕੇਗੀ। ਉਹ ਨੈਵੀਗੇਸ਼ਨ ਸਿਸਟਮ ਤੇ ਉਹ ਆਪਾਂ ਨੂੰ ਹੈੱਡ ਆਫਿਸ ਬੈਠਿਆਂ ਸਾਰਾ ਪਤਾ ਲੱਗਦਾ ਰਹਿਣਾ ਕਿ ਕਿਹੜੀ ਬੱਸ ਕਿੰਨਾ ਸਮਾਂ ਕਿੱਥੇ ਰੁਕੀ ਆ। ਜੇ ਗੈਰ ਕਾਨੂੰਨੀ ਢਾਬੇ ਤੇ ਬੱਸਾਂ ਰੁਕਣਗੀਆਂ ਤੇ ਉੱਤੇ ਬਕਾਇਦਾ ਡਰਾਈਵਰ ਕੰਡਕਟਰ ਤੇ ਕਾਰਵਾਈ ਕੀਤੀ ਜਾਵੇਗੀ। ਤੇ ਇੱਕ ਸਭ ਤੋਂ ਜਿਹੜਾ ਅਹਿਮ ਕੰਮ ਆ, ਉਹਨਾਂ ਢਾਬਿਆਂ ਤੇ ਜਿਹੜੇ ਮਨਜ਼ੂਰਸ਼ੁਦਾ ਨੇ ਉਹਨਾਂ ਦੇ ਉੱਤੇ ਰੇਟ ਲਿਸਟ ਲਾਈ ਜਾਵੇਗੀ, ਬਕਾਇਦਾ ਉੱਤੇ ਲਿਖਿਆ ਜਾਵੇਗਾ ਕਿ ਇੰਨੇ ਦਾ ਕੱਪ ਚਾਹ ਦਾ। ਕਰਨ ਲੱਗੇ ਹੋ ਤੁਸੀਂ? ਮਤਲਬ ਬਿਲਕੁਲ ਉਹ ਬਕਾਇਦਾ ਉੱਥੇ ਰੇਟ ਲਿਸਟ ਲੱਗੇਗੀ ਤਾਂ ਜੋ ਕਿਸੇ ਤੋਂ ਵੱਧ ਰੇਟ ਨਾ ਵਸੂਲਿਆ ਜਾਵੇ, ਕਿਸੇ ਦੀ ਲੁੱਟ ਨਾ ਹੋਵੇ। ਸਾਰੇ ਸਿਸਟਮ ਨੂੰ ਅਸੀਂ ਹੌਲੀ ਹੌਲੀ ਠੀਕ ਕਰਾਂਗੇ। ਜਿਹੜੀ ਲੁੱਟ ਕੋ ਪਿਛਲੇ ਸਮੇਂ 'ਚ ਹੋ ਗਈ ਉਹ ਬੰਦ ਹੋਵੇਗੀ। ਕੱਚੇ ਕਾਮਿਆਂ ਦਾ ਤੇ ਠੇਕੇਦਾਰ ਭਰਤੀਆਂ ਦਾ ਰੌਲਾ ਕੰਡਕਟਰਾਂ ਦਾ, ਡਰਾਈਵਰਾਂ ਦਾ ਬਹੁਤ ਵੱਡਾ ਹੈ। 4 ਦਿਨ ਪਹਿਲਾਂ ਵੀ ਪਟਿਆਲਾ ਬੱਸ ਸਟੈਂਡ, ਪਟਿਆਲਾ ਕਿਉਂਕਿ ਪੈਪਸੂ ਦਾ ਹੈੱਡਕੁਆਟਰ ਹੈ, ਉਸ ਦਾ ਗੇਟ ਬੰਦ ਕੀਤਾ ਗਿਆ। ਤਨਖਾਹਾਂ ਬੜੀਆਂ ਨਗਿਊਨੀਆਂ ਨੇ, 16,400 ਤੇ ਇੱਕ 20,000, ਇੱਕ 8700 ਤੇ 9700 ਜਿਹੜੇ ਠੇਕੇਦਾਰ ਭਰਤੀ ਨੇ। ਉਹਨਾਂ ਦੀ ਕਦੋਂ ਤੱਕ ਉਹਨਾਂ ਦੀ ਰੈਗੂਲਾਈਜੇਸ਼ਨ ਹੋ ਸਕਦੀ ਹੈ? ਜਾਂ ਕੋਈ ਇਦਾਂ ਦਾ ਕਰ ਰਹੇ ਹਾਂ ਕਿ ਆਪਾਂ ਜਿਹੜੇ 36,000 ਕੱਚੇ ਕਾਮੇ ਪੱਕੇ ਕਰਨੇ, ਉਹਨਾਂ ਦੇ ਵਿੱਚ ਉਹ ਪੰਜਾਬ ਰੋਡਵੇਜ਼ ਜਾਂ ਪੈਪਸੂ ਦੇ ਉਹ ਕਾਮੇ ਵੀ ਆਉਣਗੇ, ਉਹਨਾਂ ਨੂੰ ਆਸ ਵੱਜੇ ਜੀ? ਦੇਖੋ, ਭਾਵੇਂ ਕੋਈ ਕੱਚਾ ਅਧਿਕਾਰੀ ਆ, ਭਾਵੇਂ ਰੈਗੂਲਰ ਆ ਕਰਮਚਾਰੀ, ਉਹ ਸਾਰੇ ਸਾਡੇ ਭਰਾ ਨੇ।
ਉਹ ਵੇਖੋ ਸਾਡੇ ਹੀ ਪਰਿਵਾਰਾਂ ਦੇ ਅੰਗ ਨੇ। ਤੇ ਜਿਹੜੇ 36000 ਕਾਮੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪੱਕੇ ਕਰਨੇ ਆ, ਉਹ ਥੋੜੇ ਸਮੇਂ ਦੇ ਵਿੱਚ ਹੀ ਜਿਹੜਾ ਵਾ ਕਮੇਟੀ ਬਣੀ ਸਾਡੇ 3 ਮੰਤਰੀ ਸਭਾਨ ਦੇ ਵਿੱਚ IAS ਅਧਿਕਾਰੀ ਨੇ, ਉਹ ਜਲਦੀ ਅਮਲੀ ਜਾਮਾ ਉਹਨੂੰ ਪਹਿਨਾ ਦਿੱਤਾ ਜਾਵੇਗਾ। ਤੇ ਜਿੰਨੇ ਵੀ ਸਾਡੇ ਭਰਾ ਭਾਵੇਂ ਕੋਈ ਕੰਟਰੈਕਟ ਬੇਸ ਤੇ ਆ ਕੋਈ ਵੀ ਆ ਜਿਹਦਾ ਜੋ ਵੀ ਹੱਕ ਬਣਦਾ ਜਿਹੜਾ ਉਹ ਕੈਟਾਗਰੀ ਦੇ ਵਿੱਚ ਆਉਂਦਾ ਸਰਕਾਰ ਦੇ ਮਾਪਦੰਡਾਂ ਅਨੁਸਾਰ ਪੂਰਾ ਖਰਾ ਉਤਰਦਾ ਉਹਨਾਂ ਨੂੰ ਰੈਗੂਲਰ ਕੀਤਾ ਜਾਵੇਗਾ। ਕਾਮਿਆਂ ਦੇ ਵਿੱਚ ਇੱਕ ਰੋਸ ਹੈ, ਕਿਲੋਮੀਟਰ ਸਕੀਮ ਦੀਆਂ ਬੱਸਾਂ ਬਹੁਤ ਪਾਈਆਂ ਜਾ ਰਹੀਆਂ। ਦੂਜੀ ਗੱਲ ਜਿਹੜੀ PRTC ਦੀਆਂ ਜਿਹੜੀਆਂ ਵੋਲਵੋ ਚੱਲਦੀਆਂ ਨੇ ਉਹ ਸਾਰੀਆਂ ਕਿਲੋਮੀਟਰ ਸਕੀਮ ਦੇ ਤਹਿਤ ਚੱਲ ਰਹੀਆਂ ਨੇ। ਉਹ ਪੈਸਾ ਸਰਕਾਰ ਦਾ ਹੋ ਸਕਦਾ ਜੇ ਆਪਾਂ ਸਰਕਾਰੀ ਵੋਲਵੋ ਚਲਾਈਏ, ਜਿਵੇਂ ਤੁਸੀਂ ਇਹ ਪਨ ਬੱਸ ਦੀ ਚਲਾਈ ਹੈ। ਕਿਲੋਮੀਟਰ ਸਕੀਮਾਂ ਦੀਆਂ ਗੱਡੀਆਂ ਦਾ ਮਤਲਬ ਤਾਂ ਫਿਰ ਅਸੀਂ ਠੇਕੇਦਾਰੀ ਸਿਸਟਮ ਵੱਲ ਜਾਂ ਪ੍ਰਾਈਵੇਟ ਹੱਥਾਂ ਵੱਲ ਦੇ ਰਹੇ ਹਾਂ। ਗੱਡੀ 3 ਸਾਲ ਦੇ ਵਿੱਚ ਫ੍ਰੀ ਕਰ ਲੈਂਦੇ ਆ, ਉਹ 2 ਸਾਲ ਗੱਡੀ ਮਹਿਕਮੇ ਦੇ ਵਿੱਚ ਹੋਰ ਚਲਾਉਂਦੇ, 5 ਸਾਲ ਬਾਅਦ ਉਹ ਗੱਡੀ ਕੱਢ ਕੇ ਲੈ ਆਉਂਦੇ ਆ ਮਹਿਕਮੇ ਦੇ ਵਿੱਚੋਂ। ਇਹੀ ਸਰਕਾਰੀ ਗੱਡੀ ਪਈ ਹੋਵੇ ਜੇ ਕਿਲੋਮੀਟਰ ਸਕੀਮ ਦੀ ਥਾਂ ਤੇ ਗੱਡੀ 15 ਸਾਲ ਦੀ ਮਿਆਦ ਹੁੰਦੀ ਹੈ ਗੱਡੀ ਦੀ, ਤਾਂ ਕਿਲੋਮੀਟਰ ਸਕੀਮ ਨੂੰ ਆਪਾਂ ਇੰਨਾ ਹੁਲਾਰਾ ਕਿਉਂ ਦੇ ਰਹੇ ਹਾਂ, ਬਜਾਏ ਅਸੀਂ ਆਪਣੀਆਂ ਮਹਿਕਮੇ ਦੀਆਂ ਗੱਡੀਆਂ ਕਿਉਂ ਨਹੀਂ ਪਾਉਂਦੇ ਜੀ? ਵੇਖੋ ਪ੍ਰਪੋਜ਼ਲ ਬਣਾ ਕੇ ਭੇਜੀ ਆ, ਇਹ ਪਿਛਲੀਆਂ ਸਰਕਾਰਾਂ ਨੇ ਜਿਹੜੀਆਂ ਕਿਲੋਮੀਟਰ ਸਕੀਮ ਅਧੀਨ ਪਾਈਆਂ। ਇੱਥੇ ਇਹ ਵੇਖਣਾ ਹੁੰਦਾ ਕਿ ਇਹ ਰੂਟ ਤੇ ਸਰਕਾਰ ਨੂੰ ਇਨਕਮ ਕਿੰਨੀ ਆਉਂਦੀ ਆ, ਬਕਾਇਦਾ ਸਰਵੇ ਕਰਵਾਏ ਜਾਂਦੇ ਆ। ਜਿਹੜੀ ਚੀਜ਼ 'ਚ ਸਰਕਾਰ ਦਾ ਫਾਇਦਾ ਹੁੰਦਾ ਉੱਥੇ ਹੀ ਕਿਲੋਮੀਟਰ ਸਕੀਮ ਅਧੀਨ ਅਸੀਂ ਬੱਸ ਦਿੰਦੇ ਆ। ਜਿੱਥੇ ਸਾਨੂੰ ਲੱਗਦਾ ਕਿ ਸਾਨੂੰ ਜ਼ਿਆਦਾ ਮੁਨਾਫਾ ਆਉਣਾ ਆਪਣੀ ਬੱਸ ਪਾਇਆ, ਫਿਰ ਉੱਥੇ ਅਸੀਂ ਆਪਣੀ ਬਿਲਕੁਲ ਪੰਜਾਬ ਸਰਕਾਰ ਦੀ ਬੱਸ ਪਾਉਂਦੇ ਆ। ਹੁਣ ਵੀ ਪ੍ਰਪੋਜ਼ਲ ਬਣਾ ਕੇ ਭੇਜੀ ਗਈ ਆ, ਜਿੱਥੇ ਜਿੱਥੇ ਵੀ ਸਰਵੇ ਕਰਵਾਵਾਂਗੇ, ਜਿੱਥੇ ਜਿੱਥੇ ਵੀ ਲੋੜ ਹੋਈ ਜਿਹੜੀ ਆ ਵੋਲਵੋ ਬੱਸ ਸਾਡੀ ਦਿੱਲੀ ਏਅਰਪੋਰਟ ਨੂੰ ਚੱਲਦੀ ਆ, ਉੱਥੋਂ ਲਈ ਭਾਵੇਂ ਇੱਕ ਜ਼ਿਲ੍ਹੇ 'ਚੋਂ 5 ਬੱਸਾਂ ਚਲਾਉਣੀਆਂ ਪੈਣ, ਭਾਵੇਂ 10 ਚਲਾਉਣੀਆਂ ਪੈਣ, ਹਰੇਕ ਨੂੰ ਜਿਹੜੀ ਬੱਸ ਸਰਵਿਸ ਆ, ਬੱਸ ਸੁਵਿਧਾ ਭਾਵੇਂ AC ਆ ਨੌਨ AC ਆ, ਹਰੇਕ ਜ਼ਿਲ੍ਹੇ 'ਚ ਹਰੇਕ ਪੇਂਡੂ ਖੇਤਰ 'ਚ ਹਰੇਕ ਸ਼ਹਿਰ ਨੂੰ ਪਿੰਡ ਨਾਲ ਜੋੜਿਆ ਜਾਵੇਗਾ। ਤੇ ਜਿੱਥੇ ਵੇਖੋ ਸਾਡੀ ਸਰਕਾਰ ਨੂੰ ਘੱਟ ਆਮਦਨ ਆ ਉਹਨਾਂ ਰੂਟਾਂ ਤੇ ਕਿਲੋਮੀਟਰ ਸਕੀਮ ਅਧੀਨ ਅਸੀਂ ਬੱਸਾਂ ਪਾਉਂਦੇ ਆ। ਜਿੱਥੇ ਸਾਨੂੰ ਪਤਾ ਆਮਦਨ ਵੱਧ ਆ ਉਹ ਸਰਕਾਰ ਦੀਆਂ ਹੀ ਬੱਸਾਂ ਪੈਂਦੀਆਂ। ਪਿੰਡਾਂ ਦੇ ਜਿਹੜੇ ਰੂਟ ਨੇ, ਮੈਂ ਇਹ ਸਾਫ਼ ਸਪਸ਼ਟ ਦੇ ਤੌਰ ਦੇ ਉੱਤੇ ਕਹਿ ਸਕਦਾ ਕਿ ਪਿੰਡਾਂ ਦੇ ਰੂਟ ਦੇ ਜਿਹੜੇ ਸਾਡੇ ਪੈਪਸੂ ਦੇ ਰੂਟ ਸੀਗੇ ਜਾਂ ਰੋਡਵੇਜ਼ ਦੇ ਰੂਟ ਸੀ, ਸਾਰੇ ਬੰਦ ਪਏ ਆ। ਪ੍ਰਾਈਵੇਟ ਪਲੇਅਰਸ ਉੱਥੇ ਖੇਡ ਰਹੇ ਆ, ਚਾਹੇ ਉਹ ਮਿੰਨੀ ਬੱਸਾਂ ਦੇ ਰੂਪ ਦੇ ਵਿੱਚ ਨੇ, ਚਾਹੇ ਵੱਡੀਆਂ ਬੱਸਾਂ ਨੇ। ਪਿੰਡਾਂ ਦੇ ਰੂਟ ਅਸੀਂ ਪੁਨਰ ਸੁਰਜੀਤ ਕਿਉਂ ਨਹੀਂ ਕਰਦੇ ਕਿ ਸਾਡੀਆਂ ਰੋਡਵੇਜ਼ ਦੀਆਂ ਗੱਡੀਆਂ ਪਿੰਡਾਂ ਦੇ ਵਿੱਚ ਜਾਣ, ਜਿਹੜੇ ਵਾਇਆ ਸਾਡੇ ਮਤਲਬ ਵੱਡੇ ਸ਼ਹਿਰਾਂ ਨੂੰ ਜੋੜਦੇ ਵਾਇਆ, ਉਹਦੇ ਨਾਲ ਲੋਕਾਂ ਦਾ ਤਾਂ ਫਾਇਦਾ ਹੋਣਾ ਹੀ ਹੋਣਾ ਜੀ। ਆਮ ਲੋਕਾਂ ਨੇ ਜਿਹੜਾ ਸ਼ਹਿਰ ਆਉਣ ਜਾਣ ਜਿਹੜਾ ਕਰਨਾ, ਮਹਿਕਮੇ ਨੂੰ ਵੀ ਫਾਇਦਾ ਹੋਊਗਾ ਜੀ। ਪਿਛਲੀਆਂ ਸਰਕਾਰਾਂ ਦੇ ਵਿੱਚ ਕੀ ਹੋਇਆ ਕਿ ਨਾ ਤੇ ਕੋਈ ਸਾਰ ਲਈ ਗਈ, ਨਾ ਸਰਵੇ ਕਰਵਾਏ ਗਏ। ਲਗਭਗ 800-900 ਜਿਹੜਾ ਡਰਾਈਵਰ ਤੇ ਕੰਡਕਟਰ ਆ ਜਿਨ੍ਹਾਂ ਦੀ ਘਾਟ ਚੱਲਣ ਦੀ ਆ, ਉਹ ਜਲਦੀ ਅਸੀਂ ਭਰਤੀ ਕਰ ਲੈਣੀ ਆ, ਕਾਮੇ ਪੂਰੇ ਕਰ ਦੇਣੇ ਆ। ਸਾਡੀਆਂ ਕੁਝ ਬੱਸਾਂ ਡੀਪੂਆਂ ਦੇ ਵਿੱਚ ਖੜੀਆਂ ਡਰਾਈਵਰ ਤੇ ਕੰਡਕਟਰਾਂ ਦੀ ਘਾਟ ਕਾਰਨ, ਇਹ ਤੇ ਪਿਛਲੀਆਂ ਸਰਕਾਰਾਂ ਦੀ ਨਲਾਇਕੀ ਆ, ਉਹ ਨਹੀਂ ਅਸੀਂ ਜਲਦੀ ਭਰਤੀ ਕਰ ਰਹੇ ਆ। ਭਰਤੀ ਕਰਕੇ ਬੱਸਾਂ ਤਕਰੀਬਨ ਹਰੇਕ ਪਿੰਡ ਤੋਂ ਸ਼ਹਿਰ ਨੂੰ ਜੋੜ ਦੇਵਾਂਗੇ। ਤੇ ਜਿਹੜੇ ਪਿੰਡੂ ਖੇਤਰ ਆ ਉਹਨਾਂ ਦੇ ਸਰਵੇ ਵੀ ਕਰਾਏ ਜਾ ਰਹੇ। ਕਈ ਇਹੋ ਜਿਹੇ ਏਰੀਆ ਜਿਨ੍ਹਾਂ ਦੇ ਵਿੱਚ ਪਰਮਿਟ ਸਨ, ਰੂਟ ਚੱਲਦੇ ਸਨ, ਉਹ ਬੰਦ ਕਰ ਦਿੱਤੇ ਗਏ। ਇਹਨਾਂ ਨੂੰ ਬੰਦ ਕਰ ਦਿੱਤੇ ਕਿ ਆਪਦੇ ਚੇਤਿਆਂ ਨੂੰ ਪਰਮਿਟ ਦੇ ਤੇ ਆਪਦੇ ਚੇਤਿਆਂ ਦੀਆਂ ਬੱਸਾਂ ਚਲਾਤੀਆਂ ਜਾਂ ਆਪਦੀਆਂ ਬੱਸਾਂ ਚਲਾ ਲਈਆਂ। ਇਹ ਖੁਦ ਤੇ ਸਰਕਾਰਾਂ ਦੇ ਵਿੱਚ ਮੰਤਰੀ, ਮੁੱਖ ਮੰਤਰੀ, MP ਰਹੇ ਆ ਤੇ ਆਪਦੀਆਂ ਇਹਨਾਂ ਦੀਆਂ ਟਰਾਂਸਪੋਰਟਾਂ ਰਹੀਆਂ, ਭਾਵੇਂ ਅਕਾਲੀ ਦਲ ਦੀ ਗੱਲ ਕਰੀਏ ਤੇ ਭਾਵੇਂ ਕਾਂਗਰਸ ਦੀ। ਕਿਹੜਾ ਇਹਨਾਂ ਦਾ ਲੀਡਰ ਆ ਜਿਹਨੇ ਬੱਸਾਂ ਨਹੀਂ ਪਾਈਆਂ? ਤੇ ਇੱਕ ਵਾਰ ਦੀ ਗੱਲ, ਇਹਨਾਂ ਦਾ ਇੱਕ ਭ੍ਰਿਸ਼ਟ ਲੀਡਰ, ਉਹਨੂੰ ਪੱਤਰਕਾਰ ਨੇ ਸਵਾਲ ਕੀਤਾ, ਉਹਦੀ ਹੁਣ ਇੱਕ ਵੀਡੀਓ ਵੀ ਵਾਇਰਲ ਹੋਈ ਆ। ਉਹਨੂੰ ਸਵਾਲ ਕੀਤਾ ਪੱਤਰਕਾਰ ਨੇ ਕਿ ਤੁਸੀਂ ਬੱਸਾਂ ਪਾ ਲਈਆਂ, ਤੇ ਅੱਗੋਂ ਉਹਦਾ ਜਵਾਬ ਸੀ ਕਿ ਮੈਂ ਮੰਤਰੀ ਆ, ਮੈਂ ਉਹ ਰਕਸ਼ੇ ਪਾਵਾਂ। ਵੀ ਕਹਿਣ ਦਾ ਭਾਵੇਂ ਲੁੱਟ ਖੋਹ ਕਰਨ ਨੂੰ ਆਪਦਾ ਅਧਿਕਾਰ ਸਮਝਦੇ ਆ। ਅਜੇ ਕੀ ਸਰਕਾਰ ਨੂੰ ਪਾਲਿਸੀ ਇਹ ਹੁੰਦੀ ਆ ਕਿ ਬੇਰੁਜ਼ਗਾਰ ਨੂੰ ਇਹ ਕਿਸੇ ਇੱਕ ਵਿਅਕਤੀ ਨੂੰ ਇੱਕ ਪਰਮਿਟ ਦਿੱਤਾ ਜਾਵੇ। ਇਹ ਨਹੀਂ ਕਿ ਇੱਕੋ ਬੰਦਾ 50-50 ਪਰਮਿਟ ਲੈ ਜੇ ਤੇ ਉਹ ਆਪਦੀਆਂ ਹੀ ਟਰਾਂਸਪੋਰਟਾਂ ਖੜੀਆਂ ਕਰ ਲੇ। ਇਹਦੇ ਜਦੋਂ ਵੀ ਇਹਨਾਂ ਦੀ ਸਰਕਾਰ ਆਈ ਵਾਰ-ਵਾਰ ਇਹਨਾਂ ਪੰਜਾਬ ਨੂੰ ਲੁੱਟਣ ਦਾ ਹੀ ਸਿਸਟਮ ਕੀਤਾ। ਇਹ ਪੰਜਾਬ ਦੇ ਲੋਕਾਂ ਦੇ ਹੱਕ ਹਕੂਕ ਦੇ ਵਿੱਚ ਨਹੀਂ ਕੀਤਾ। ਵੇਖੋ ਸਾਡੀ ਸਰਕਾਰ ਬਣੀ ਆ, ਆਮ ਲੋਕਾਂ ਦੀ ਸਰਕਾਰ ਆ ਤੇ ਆਮ ਘਰਾਂ ਦੇ ਧੀਆਂ ਪੋਤੀ ਬਣੇ ਆ। ਨਾ ਤੇ ਕਿਸੇ ਨੂੰ ਇਹ ਆ ਜੇ ਕਿਸੇ ਦਾ ਬੱਸ ਹੋਵੇਗੀ ਤੇ ਉਹੀ ਇਹ ਨਹੀਂ ਕਿ ਅਸੀਂ ਸਰਕਾਰ ਦੇ ਵਿੱਚ ਤੇ ਅਸੀਂ ਆਪ ਹੀ ਪਰਮਿਟ ਲੈ ਕੇ ਆਪ ਹੀ ਬੱਸਾਂ ਪਾ ਦਈਏ। ਤੁਸੀਂ ਤਾਂ ਨਹੀਂ ਕੋਈ ਪਰਮਿਟ ਪਾਉਣ ਲੱਗੇ? ਮੈਂ ਜੇ ਇਹ ਕੰਮ ਕਰੂੰ ਫਿਰ ਤੇ ਉਹੀ ਕੰਮ ਹੋ ਗਿਆ ਪਹਿਲੀਆਂ ਸਰਕਾਰਾਂ ਵਾਲੀ। ਇਹ ਤੇ ਆਮ ਲੋਕਾਂ ਨੂੰ ਪਰਮਿਟ ਮਿਲਣਗੇ, ਬੇਰੁਜ਼ਗਾਰ ਜਿਹੜੇ ਨੌਜਵਾਨ ਹੋਣਗੇ ਉਹਨਾਂ ਨੂੰ ਪਰਮਿਟ ਦੇਵਾਂਗੇ ਤਾਂ ਜੋ ਲੋਕ ਮਾਣ ਨਾ ਕਹਿਣ ਵੀ ਵਾਕਈ ਪਾਰਦਰਸ਼ੀ ਕੰਮ ਹੋਇਆ। ਇੱਥੇ ਕੀ ਹੋਇਆ, ਪਿਛਲੀਆਂ ਸਰਕਾਰਾਂ ਦੇ ਵਿੱਚ ਇੱਕ ਬੰਦੇ ਨੂੰ 20 ਪਰਮਿਟ ਦੇਤੇ। ਇੱਕ ਉਸ ਬੰਦੇ ਦੇ ਨਾਂ, ਉਹਦੀ ਪਤਨੀ ਦੇ ਨਾਂ, ਬੱਚਿਆਂ ਦੇ ਨਾਂ, ਕੰਮ ਵਾਲਿਆਂ ਦੇ ਨਾਂ, ਹਰੇਕ ਅਲੱਗ-ਅਲੱਗ ਇੱਕੇ ਪਰਿਵਾਰ 'ਚ 10-10 20 ਪਰਮਿਟ ਇਸ ਤਰ੍ਹਾਂ ਦੇ ਦਿੱਤੇ। ਤੇ ਧੱਕੇ ਸਾਈਆਂ ਕੀਤੀਆਂ, ਧੋਖੇ ਕੀਤੇ, ਉਹ ਕੰਮ ਨਹੀਂ ਹੋਣਗੇ। ਆਨਲਾਈਨ ਪਰਮਿਟ ਦੇਵਾਂਗੇ ਲੋਕਾਂ ਨੂੰ, ਲੋਕ ਮਾਣ ਨਾ ਕਹਿਣਗੇ ਕਿ ਜੇ ਅਸੀਂ ਅਪਲਾਈ ਕੀਤਾ ਤੇ ਸਹੀ ਤਰੀਕੇ ਨਾਲ ਪਰਮਿਟ ਮਿਲਿਆ। ਮੇਰਾ ਅਖੀਰਲਾ ਸਵਾਲ ਵੀ ਹੈ ਤੇ ਇੱਕ ਮਸਲਾ ਵੀ ਤੁਹਾਡੇ ਸਾਹਮਣੇ ਰੱਖ ਰਹੇ ਹਾਂ। ਰਾਜਪੁਰਾ ਜਿੱਥੇ ਆਪਾਂ ਰੁਕ ਕੇ ਆਏ ਹਾਂ, ਰਾਜਪੁਰੇ ਤੋਂ ਖਰੜ ਤੱਕ ਮਿੰਨੀ ਬੱਸਾਂ ਦੇ ਪਰਮਿਟ ਨੇ,
ਟਰਾਂਸਪੋਰਟ ਦਾ ਵੀ ਮੈਂ ਜ਼ਿਕਰ ਜੇ ਲੋੜ ਪਈ ਤਾਂ ਕਰ ਦਾਂਗਾ। ਉਹ ਪਰਮਿਟ ਹੈਗੇ ਨੇ ਵਾਇਆ ਪਿੰਡਾਂ ਦੇ ਵਿੱਚ ਦੀ, ਕਿ ਰਾਜਪੁਰੇ ਤੋਂ ਚੱਲੇ ਗੱਡੀ ਫਲਾਣੇ ਪਿੰਡ ਦੇ ਵਿੱਚ ਦੀ ਵੜੀ ਤੇ ਉਹਨੇ ਜਾ ਕੇ ਖਰੜ ਰੁਕਣਾ ਜਾਂ ਮੋਹਾਲੀ ਜਾਣਾ ਉਸ ਗੱਡੀ ਨੇ। ਪਰ ਉਹ ਟਰਾਂਸਪੋਰਟ ਮਾਫੀਆ ਏਡਾ ਮਜ਼ਬੂਤ ਹੈ, ਉਹ ਮਿੰਨੀ ਬੱਸਾਂ ਦਾ ਜਿਹੜਾ ਟਰਾਂਸਪੋਰਟ ਮਾਫੀਆ ਹੈ, ਉਹ ਸਿੱਧਾ ਰਾਜਪੁਰੇ ਤੋਂ ਮੇਨ ਰੋਡ ਹੋ ਕੇ ਵਾਇਆ ਬਨੂੜ ਲਾਂਡਰ ਖਰੜ ਸਿੱਧਾ ਮੇਨ ਰੋਡ ਚੱਲ ਰਹੇ ਨੇ। ਪਰਮਿਟ ਉਹਨਾਂ ਦੇ ਪਿੰਡਾਂ ਦੇ ਨੇ। ਦੂਜੀ ਗੱਲ, ਇੱਕ ਪਰਮਿਟ ਤੇ 4-4 ਗੱਡੀਆਂ ਚੱਲ ਰਹੀਆਂ ਨੇ, ਪ੍ਰੂਫ ਹੈਗੇ ਆ ਮੇਰੇ ਕੋਲੇ ਇਸ ਮਸਲੇ ਨੂੰ, ਜਾਂ ਇਹਦੇ ਨਾਲ ਦੇ ਹੋਰ ਬਹੁਤ ਸਾਰੇ ਮਸਲੇ ਨੇ, ਇਹਨਾਂ ਨੂੰ ਕਿਵੇਂ ਸੰਜੋਗੇ? ਬਹੁਤ ਥਾਵਾਂ ਦੇ ਉੱਤੇ ਇੱਕ ਪਰਮਿਟ ਤੇ 5-5 ਗੱਡੀਆਂ ਚੱਲ ਰਹੀਆਂ ਨੇ, ਔਰ ਇਦਾਂ ਹੀ ਸਿੱਧੇ ਰੂਟ ਚੱਲ ਰਹੇ ਨੇ ਵਾਇਆ ਜਿਹੜੇ ਪਿੰਡਾਂ ਦੇ ਵਿੱਚ ਦੀ ਨੇ। ਜਿਹੜੇ ਰਸਤੇ ਦਾ ਰੂਟ ਹੋਵੇਗਾ, ਪਰਮਿਟ ਜਿੱਥੋਂ ਦਾ ਹੋਵੇਗਾ ਉਸੇ ਰਸਤੇ ਹੀ ਚੱਲੇਗਾ। ਜੇ ਤੁਹਾਡੇ ਕੋਲ ਪ੍ਰੂਫ ਹੈ ਸਾਨੂੰ ਪ੍ਰੂਫ ਦਿਓ, ਮੈਂ ਹੁਣੇ ਹੀ ਆਰਟੀਓ ਨੂੰ ਕਹਿ ਕੇ ਡੀਟੀਓ ਨੂੰ ਕਹਿ ਕੇ ਉਹਨਾਂ ਤੇ ਕਾਰਵਾਈ ਕਰਵਾਵਾਂਗਾ। ਤੁਸੀਂ ਇਸ ਮਸਲੇ ਤੇ ਧਿਆਨ ਦਿਓ, ਪ੍ਰੂਫ ਹੈਗੇ ਜੀ। ਬਿਲਕੁਲ ਹੁਣੇ ਹੀ ਧਿਆਨ ਹੋਵੇਗਾ। ਤੁਸੀਂ ਮੈਨੂੰ ਪ੍ਰੂਫ ਦਿਓ, ਮੈਂ ਆਰਟੀਓ ਦੀ ਹੁਣੇ ਡਿਊਟੀ ਲਾਉਣਾ, ਹੁਣੇ ਹੀ ਉਹ ਆਉਣਗੇ ਤੇ ਕਾਰਵਾਈ ਅਮਲ 'ਚ ਹੋਵੇਗੀ। ਹੁਣੇ ਹੀ ਉਹ ਬੱਸਾਂ ਇੰਪਾਊਂਡ ਹੋਣਗੀਆਂ। ਜੇ ਇੱਕ ਪਰਮਿਟ ਤੇ 5-5 ਹੋਣਗੀਆਂ, ਉਹ ਬੱਸਾਂ ਸਾਰੀਆਂ ਦੀਆਂ ਸਾਰੀਆਂ ਇੰਪਾਊਂਡ ਹੋਣਗੀਆਂ। ਤੇ ਜਿਹੜੇ ਰੂਟ ਜਿਹੜੇ ਪਿੰਡਾਂ ਦੇ ਵਿੱਚ ਦੀ ਹੋ ਕੇ ਜਾਂਦੇ ਆ, ਉਹਨਾਂ ਪਿੰਡਾਂ ਦੇ ਵਿੱਚ ਦੀ ਚੱਲਣਗੇ। ਤੁਸੀਂ ਸਾਨੂੰ ਬਾਈ ਨੇਮ ਟਰਾਂਸਪੋਰਟ ਦਾ ਨਾਮ ਦੱਸੋ, ਬਾਈ ਨੇਮ ਉਸ ਬੰਦੇ ਦਾ ਨਾਮ ਦੱਸੋ, ਉੱਤੇ ਕਾਰਵਾਈ ਕਰਾਵਾਂਗੇ। ਬਹੁਤ ਸ਼ੁਕਰੀਆ ਭੁੱਲਰ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਲਈ। ਸੁਹਾਨਾ ਸਫ਼ਰ ਔਰ ਮੌਸਮ ਹਸੀ, ਅੱਜ ਮੌਸਮ ਸੁੱਖ ਨਾਲ ਚੰਗਾ, ਸਾਉਣ ਦਾ ਮਹੀਨਾ ਚੜਿਆ ਤੇ ਸੁਹਾਨਾ ਸਫ਼ਰ ਸਾਡੇ ਸਾਰੇ NRI ਵੀਰਾਂ ਤੇ ਭਰਾਵਾਂ ਦੇ ਲਈ ਔਰ ਭੁੱਲਰ ਸਾਹਿਬ ਦੇ ਲਈ ਵੀ ਕਿ ਆਉਣ ਵਾਲੇ 5 ਸਾਲ ਇਹਨਾਂ ਦਾ ਮੰਤਰੀ ਪਦ ਦਾ ਸਫ਼ਰ ਵੀ ਚੰਗਾ ਰਹੇ। ਆਪਣੇ ਕੈਮਰਾ ਸਹਿਯੋਗੀ ਹਰਪਾਲ ਸਿੰਘ ਦੇ ਨਾਲ ਪ੍ਰਿੰਸ ਭਾਰਦਵਾਜ ਔਨ 에ਅਰ ਦੇ ਲਈ।